Good morning, students. Now we will start the topic number 5th of 5th chapter. ਤੁਹਾਨੂੰ ਪਤਾ ਕਿ ਆਪਾਂ ਇਲਾਸਟਿਸਿਟੀ ਆਫ ਡਿਮਾਂਡ ਨੂੰ ਮਾਪਣ ਦੀਆਂ ਵਿਧੀਆਂ ਕਰ ਰਹੇ ਹਾਂ, ਉਹਦੇ ਮੈਥਡਸ ਕਰ ਰਹੇ ਹਾਂ, ਠੀਕ ਹੈ। ਸੋ ਅੱਜ ਆਪਾਂ ਡਿਸਕਸ ਕਰਨਾ ਕਿ ਪੁਆਇੰਟਸ ਮੈਥਡ ਐਂਡ ਜਿਓਮੈਟ੍ਰਿਕ ਮੈਥਡ ਕੀ ਆ, ਠੀਕ ਹੈ। ਇਹ ਥਰਡ ਮੈਥਡ ਆ ਜਿਹਨੂੰ ਪੁਆਇੰਟ ਮੈਥਡ ਵੀ ਕਿਹਾ ਜਾਂਦਾ ਤੇ ਜਿਓਮੈਟ੍ਰਿਕ ਮੈਥਡ ਵੀ ਕਿਹਾ ਜਾਂਦਾ, ਬਿੰਦੂ ਵਿਧੀ। ਦੇਖੋ, this method is also associated with the name of ਪ੍ਰੋਫੈਸਰ ਮਾਰਸ਼ਲ। ਕਹਿੰਦੇ ਇਹ ਮੈਥਡ ਵੀ ਕਿਹਨਾਂ ਨੇ ਦਿੱਤਾ ਸੀ? ਪ੍ਰੋਫੈਸਰ ਮਾਰਸ਼ਲ ਨੇ ਦਿੱਤਾ ਸੀ। This method is used to measure the elasticity of demand at the different points on the straight line demand curve। ਆਪਾਂ ਨੂੰ ਪਤਾ ਵੀ ਡਿਮਾਂਡ ਕਰਵ ਇੱਕ ਸਟ੍ਰੇਟ ਲਾਈਨ ਹੁੰਦੀ ਹੈ, ਠੀਕ ਹੈ। ਇਹ ਹੁਣ ਕੀ ਕਰਦੀ ਹੈ? ਕਹਿੰਦੇ ਪੁਆਇੰਟ ਮੈਥਡ ਆ ਜਿਹੜਾ ਇਹ ਇਲਾਸਟਿਸਿਟੀ ਆਫ ਡਿਮਾਂਡ ਨੂੰ ਮਾਪਦਾ ਐਟ ਦਾ ਡਿਫਰੈਂਟ ਪੁਆਇੰਟਸ ਔਨ ਅ ਸਟ੍ਰੇਟ ਲਾਈਨ। ਕਹਿੰਦੇ ਜੇ ਕੋਈ ਇੱਕ ਸਟ੍ਰੇਟ ਲਾਈਨ ਆ, ਮੰਨ ਲਓ ਡਿਮਾਂਡ ਕਰਵ ਆ, ਠੀਕ ਹੈ, ਉਹ ਆਪਾਂ ਨੂੰ ਪਤਾ ਵੀ ਉੱਪਰ ਤੋਂ ਨੀਚੇ ਆਉਂਦੀ ਆ। ਹੁਣ ਉਹ ਸਟ੍ਰੇਟ ਲਾਈਨ ਦੇ ਉੱਪਰ ਕੋਈ ਵੀ ਪੁਆਇੰਟ ਆ, ਮੰਨ ਲਓ ਪੀ ਆ ਜਾਂ ਫਿਰ ਇੱਥੇ ਕਿਊ ਆ ਜਾਂ ਫਿਰ ਇੱਥੇ ਆਰ ਆ, ਠੀਕ ਹੈ, ਉਹ ਵੱਖ-ਵੱਖ ਪੁਆਇੰਟਸ ਤੇ ਕੀ ਆ ਇਲਾਸਟਿਸਿਟੀ ਨੂੰ ਮਾਪਦੀ ਆ। ਦੇਖੋ, ਇਹ ਵਿਧੀ ਸਿੱਧੀ ਰੇਖਾ ਦੇ ਕਿਸੇ ਖਾਸ ਬਿੰਦੂ ਉੱਪਰ ਮੰਗ ਦੀ ਕੀਮਤ ਲਚਕ ਨੂੰ ਮਾਪਦੀ ਹੈ, ਠੀਕ ਹੈ। ਇਹ ਕੀ ਆ? ਤੁਹਾਨੂੰ ਪਤਾ ਲੱਗ ਗਿਆ ਵੀ ਇੱਕ ਸਿੱਧੀ ਰੇਖਾ ਮਤਲਬ ਇੱਥੇ ਤੋਂ ਇੱਥੇ ਕੋਈ ਇਹਦੇ ਵਿੱਚ ਕੋਈ ਵੀ ਆਪਾਂ ਕਹਿ ਸਕਦੇ ਆ ਵਿੰਗ ਨਹੀਂ ਆ ਰਿਹਾ, ਠੀਕ ਹੈ। ਇਹ ਸਿੱਧੀ ਰੇਖਾ ਇਹਦੇ ਉੱਤੇ ਕੀ ਆ? ਮੰਗ ਦੀ ਲੋਚ ਨੂੰ ਮਾਪਦੀ ਆ। ਆਪਾਂ ਕੀ ਕਰਨਾ? ਕਹਿੰਦੇ ਏ ਬੀ ਜਿਹੜੀ ਕਰਵ ਆ ਏ ਐਂਡ ਬੀ, ਠੀਕ ਹੈ, ਕੋਈ ਵੀ ਕਰਵ ਲੈ ਲੈਣੀ ਹੈ ਜੋ ਸਟ੍ਰੇਟ ਹੋਵੇ। ਏ ਐਂਡ ਬੀ ਲੈ ਲਈ ਆਪਾਂ। ਸੋ ਕਹਿੰਦੇ ਏ ਬੀ ਆ ਜਿਹੜੀ ਉਹ ਡਿਮਾਂਡ ਕਰਵ ਆ, ਇਹ ਉੱਪਰ ਤੋਂ ਨੀਚੇ ਆ ਰਹੀ ਹੈ। ਸੋ ਆਪਾਂ ਕਹਿ ਦੇਣਾ ਵੀ ਇਹ ਡਿਮਾਂਡ ਕਰਵ ਆ। ਇੰਟਰਸੈਪਟ ਬੋਥ ਐਕਸਿਸ। ਇੰਟਰਸੈਪਟ ਮਤਲਬ ਕਿਹਨੂੰ ਟੱਚ ਕਰਦੀ ਹੈ? ਇਹ ਵਾਈ ਐਕਸਿਸ ਨੂੰ ਵੀ ਟੱਚ ਕਰਦੀ ਹੈ ਔਰ ਐਕਸ ਐਕਸਿਸ ਨੂੰ ਵੀ ਟੱਚ ਕਰਦੀ ਹੈ, ਠੀਕ ਹੈ। ਇਹ ਦੋਨਾਂ ਨੂੰ ਟੱਚ ਕਰਦੀ ਹੋਈ ਇੱਕ ਏ ਬੀ ਲਾਈਨ ਹੈ ਜਿਹਨੂੰ ਡਿਮਾਂਡ ਕਰਵ ਕਿਹਾ ਜਾਂਦਾ। ਦੇਖੋ, ਹੁਣ ਆਪਾਂ ਇਹਦਾ ਫਾਰਮੂਲਾ ਕਰਦੇ ਹਾਂ ਵੀ ਇਹ ਇਲਾਸਟਿਸਿਟੀ ਆਫ ਡਿਮਾਂਡ ਜਿਹੜੀ ਮੰਗ ਦੀ ਲਚਕ ਆ ਉਹਨੂੰ ਕਿਵੇਂ ਮਾਪਦੀ ਆ। ਦੇਖੋ, ਇਹਦਾ ਫਾਰਮੂਲਾ ਹੋ ਗਿਆ ਮੰਗ ਦੀ ਲਚਕ ਇਜ਼ ਇਕੁਅਲ ਟੂ ਲੋਅਰ ਸੈਗਮੈਂਟ ਆਫ ਡੀਸੀ। ਡੀਸੀ ਮਤਲਬ ਡਿਮਾਂਡ ਕਰਵ, ਠੀਕ ਹੈ, ਓਵਰ ਅਪਰ ਸੈਗਮੈਂਟ ਆਫ ਡੀਸੀ ਕਰਵ। ਡੀਸੀ ਕਰਵ ਕੀ ਸੀ? ਮੈਂ ਦੱਸ ਕੇ ਹਟੀ ਆ ਵੀ ਏ ਬੀ ਕਰ ਕੋਈ ਵੀ ਬਿੰਦੂ ਆ, ਠੀਕ ਹੈ, ਦੋ ਬਿੰਦੂ ਆ ਤੇ ਉਹ ਕੀ ਆ? ਡਿਮਾਂਡ ਕਰਵ ਆ, ਠੀਕ ਹੈ। ਏ ਤੇ ਬੀ ਡਿਮਾਂਡ ਕਰਵ ਆ, ਠੀਕ ਹੈ। ਹੁਣ ਕੀ ਆ? ਇਹਦਾ ਲਚਕ ਕਿਵੇਂ ਮਾਪੀ ਜਾਊਗੀ? ਕਹਿੰਦੇ ਮੰਗ ਵਕਰ ਬਿੰਦੂ ਤੋਂ ਹੇਠਲਾ ਹਿੱਸਾ ਤੇ ਮੰਗ ਵਕਰ ਬਿੰਦੂ ਤੋਂ ਉੱਪਰਲਾ ਹਿੱਸਾ। ਹੁਣ ਆਪਾਂ ਨੂੰ ਮੰਗ ਵਕਰ ਤਾਂ ਆ ਗਈ ਤੇ ਆਪਾਂ ਬਿੰਦੂ ਲੈ ਲੈਣਾ, ਕੋਈ ਵੀ ਪੁਆਇੰਟ ਲੈ ਲੈਣਾ। ਮੰਨ ਲਓ ਪੀ ਪੁਆਇੰਟ ਲੈ ਲਿਆ, ਉਹ ਜਮਾਂ ਸੈਂਟਰ ਦੇ ਵਿੱਚ ਆਪਾਂ ਲੈ ਲਿਆ, ਇਦਾਂ ਹੀ ਜਨਰਲੀ ਲੈ ਲੈਣਾ, ਠੀਕ ਹੈ। ਹੁਣ ਕੀ ਹੈ ਇਹਦਾ ਫਾਰਮੂਲਾ? ਆਪਾਂ ਪੀ ਪੁਆਇੰਟ ਤੇ ਇਲਾਸਟਿਸਿਟੀ ਆਫ ਡਿਮਾਂਡ ਪਤਾ ਕਰਨੀ ਹੈ। ਕਿਵੇਂ ਪਤਾ ਕਰਾਂਗੇ? ਆਪਾਂ ਫਾਰਮੂਲੇ ਵਿੱਚ ਪੁੱਟ ਕਰ ਦਾਂਗੇ। ਕਹਿੰਦੇ ਐਟ ਦਾ ਪੁਆਇੰਟ ਆਫ ਪੀ ਇਲਾਸਟਿਸਿਟੀ ਕਿੰਨੀ ਹੋਊਗੀ? ਆਪਾਂ ਪੜਿਆ ਕਿ ਲੋਅਰ ਸੈਗਮੈਂਟ ਆਫ ਡੀਸੀ ਮਤਲਬ ਜਿਹੜੀ ਡਿਮਾਂਡ ਕਰਵ ਆ ਉਹਦਾ ਲੋਅਰ ਸੈਗਮੈਂਟ ਮਤਲਬ ਪੁਆਇੰਟ ਤੋਂ ਨੀਚੇ ਵਾਲਾ ਸੈਗਮੈਂਟ, ਓਵਰ ਪੁਆਇੰਟ ਤੋਂ ਉੱਪਰ ਵਾਲਾ ਅਪਰ ਸੈਗਮੈਂਟ, ਠੀਕ ਹੈ, ਉਹਨੂੰ ਲੈ ਲੈਣਾ। ਸੋ ਦੇਖੋ, ਐਟ ਦਾ ਪੁਆਇੰਟ ਆਫ ਪੀ ਪੁਆਇੰਟ ਤੇ ਕਹਿੰਦੇ ਇਲਾਸਟਿਸਿਟੀ ਆਫ ਡਿਮਾਂਡ ਕੀ ਹੋਊਗੀ? ਆਪਾਂ ਫਾਰਮੂਲੇ 'ਚ ਪੜਿਆ ਵੀ ਲੋਅਰ ਸੈਗਮੈਂਟ, ਪਹਿਲਾਂ ਲੋਅਰ ਸੈਗਮੈਂਟ ਲੈ ਲਾਂਗੇ। ਪੀ ਪੁਆਇੰਟ ਦਾ ਲੋਅਰ ਕੀ ਆ? ਪੀ ਤੋਂ ਲੈ ਕੇ ਬੀ ਤੱਕ। ਓਵਰ ਅਪਰ ਸੈਗਮੈਂਟ, ਹੁਣ ਆਪਾਂ ਉੱਪਰ ਨੂੰ ਜਾਵਾਂਗੇ ਪੀ ਤੋਂ ਲੈ ਕੇ ਏ, ਮਤਲਬ ਈਡੀ ਕਿਵੇਂ ਪਤਾ ਲੱਗੂਗੀ ਇਹਦੀ? ਪੀ ਬੀ ਓਵਰ ਏ ਪੀ ਏ, ਠੀਕ ਹੈ। ਲੋਅਰ ਸੈਗਮੈਂਟ ਓਵਰ ਅਪਰ ਸੈਗਮੈਂਟ। ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਵੀ ਪੀ ਪੁਆਇੰਟ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੁਆਇੰਟ ਜੇ ਇਹਦੇ ਤੇ ਹੋਣ ਤਾਂ ਉਹਨਾਂ ਦੀ ਇਲਾਸਟਿਸਿਟੀ ਆਫ ਡਿਮਾਂਡ ਕਿਵੇਂ ਮਾਪੀ ਜਾਂਦੀ ਆ। ਦੇਖੋ, ਇਸ ਨੂੰ ਕਰਨ ਲਈ ਆਪਾਂ ਇਹਨੂੰ ਇੰਪਲੀਕੇਸ਼ਨ ਪੜਾਂਗੇ। ਇੰਪਲੀਕੇਸ਼ਨਸ ਆਫ ਦਾ ਪੁਆਇੰਟ ਮੈਥਡ, ਬਿੰਦੂ ਵਿਧੀ ਦੀਆਂ ਮਾਨਤਾਵਾਂ ਕੀ ਆ? ਕਹਿੰਦੇ ਦਾ ਮੋਸਟ ਇੰਪੋਰਟੈਂਟ ਇੰਪਲੀਕੇਸ਼ਨ ਆਫ point method is that it helps us to determine elasticity of demand at different points on the straight line demand curve। ਇਹ ਸਿੱਧੀ ਰੇਖਾ ਦੇ ਵੱਖ-ਵੱਖ ਬਿੰਦੂਆਂ ਤੋਂ ਮੰਗ ਦੀ ਲਚਕ ਮਾਪਦੀ ਹੈ, ਠੀਕ ਹੈ, ਸੇਮ ਦਿੱਤੀ ਗਈ ਹੈ। ਕਹਿੰਦੀ ਇਹਦੀ ਫਸਟ ਇੰਪਲੀਕੇਸ਼ਨ ਇਹੀ ਆ ਵੀ ਇਹ ਵੱਖ-ਵੱਖ ਪੁਆਇੰਟ ਹੋਣ ਜੇ ਡਿਮਾਂਡ ਕਰਵ, ਠੀਕ ਹੈ, ਜਿਹੜੀ ਸਟ੍ਰੇਟ ਲਾਈਨ ਆ, ਠੀਕ ਹੈ, ਉਹ ਇੱਕ ਡਿਮਾਂਡ ਕਰਵ ਆ। ਉਹਦੇ 'ਚ ਜਿਹੜੇ ਵੱਖ-ਵੱਖ ਪੁਆਇੰਟਸ ਆ, ਮੰਨ ਲਓ ਇੱਥੇ ਪੁਆਇੰਟ ਆ, ਇੱਥੇ ਪੁਆਇੰਟ ਆ, ਇੱਥੇ ਪੁਆਇੰਟ ਆ, ਠੀਕ ਹੈ, ਉਹਦੇ ਵੱਖ-ਵੱਖ ਪੁਆਇੰਟਸ 'ਤੇ ਕੀ ਕਰਦੀ ਆ? ਆਪਣੀ ਜਿਹੜੀ ਇਲਾਸਟਿਸਿਟੀ ਆਫ ਡਿਮਾਂਡ ਉਹਨੂੰ ਪਤਾ ਕਰਦੀ ਹੈ, ਠੀਕ ਹੈ।
ਹੁਣ ਦੇਖੋ ਡਾਇਗਰਾਮ ਦੇ ਨਾਲ ਜ਼ਿਆਦਾ ਕਲੀਅਰ ਹੋਊਗਾ। ਆਪਾਂ ਲੈ ਲੈਣੀ ਆ एक्स एक्सिस एंड वाई एक्सिस, एक स्ट्रेट लाइन आ ए एंड बी जो पहला बना के आए हैं, एक ही एक डिमांड करवा। ठीक है, आप पढ़ के आए भी ये वक्-वक् पॉइंट्स से मापदी है इलास्टिसिटी ऑफ डिमांड। सो पी पॉइंट सीगा, पी ते ए दे विचकार आप एस पॉइंट ले लांगे। ठीक है, पी ते बी दे विचकार आप पी पॉइंट लवांगे। हुण आ सारे पॉइंट्स ए एस पी टी बी इन्हां ते इलास्टिसिटी ऑफ डिमांड आप पता करांगे। ठीक है, देखो कहते पहला आप पॉइंट पता करते हैं। पॉइंट पी ते आप पहले ही कढ़ चुके हैं इलास्टिसिटी ऑफ डिमांड। अपर लोअर पोर्शन ओवर अपर पोर्शन, लोअर पोर्शन की है इहदा पी बी ओवर अपर पोर्शन पी ए। ठीक है, सो आप देखो कहता पी बी ओवर पी ए इज इक्वल टू 1। ठीक है, इहदी इलास्टिसिटी 1 है। इत्थे इलास्टिसिटी ऑफ डिमांड की है इत्थे 1 आ। क्यों 1 आ? क्योंकि कहते इन्होंने रीजन दिता गया क्योंकि जिन्ना हिस्सा आ वाला पी तो लैके बी तक आ उन्ना ही हिस्सा पी तो लैके ए तक आ, मतलब इन्हों का पोर्शन इक्वल आ रहा, तां करके इन्हों का जी ई डी आ वो 1 आ। इस तो अगे पॉइंट एस ते कड्डांगे आप, पॉइंट एस ते भी इलास्टिसिटी ऑफ डिमांड की आ रही है। ठीक है, आप देखो ई डी इज इक्वल टू हुण पॉइंट एस तो शुरू हो जाना, आप इहदा लोअर पार्ट देख लेना एस तो लैके बी, अपर पार्ट एस तो लैके ए, एस बी ओवर एस ए। हुण देखो ये की आ इलास्टिसिटी 1 आ, कहते इहदे तो ज़्यादा वा, मतलब मोर इलास्टिक आ। क्यों आ? क्योंकि जिहड़ा पोर्शन देखो हुण एस तो स्टार्ट हो के बी तक इहदे ते बहुत ज़्यादा की आ सैगमेंट आ रहा, तो आ किहड़ा सैगमेंट है बहुत ज़्यादा घट आ, सो ये तो ज़्यादा हो गया। ठीक है, जिहड़ा एस तो लैके बी तिकर पोर्शन आ वो ज़्यादा वा, तो एस तो लैके ए तिकर घट आ, तां करके ये ज़्यादा इलास्टिक आ। इस तो अगे पॉइंट आ गया टी, ये तो इलास्टिसिटी ऑफ डिमांड पता करांगे आपां। देखो हुण टी पॉइंट आप इत्थे ले लिया, इहदा लोअर पार्ट कित्थों दिक्कर आ टी तो स्टार्ट हो के बी तक, तो इहदा जिहड़ा अपर पोर्शन है टी तो लैके ई तिकर। हुण किहड़ा ज़्यादा होया? ओबीअसली जिहड़ा उपरला वो हिस्सा वधदा ते आ घट, आपां नूं देखण 'च पता लग रिहा, सो आपां कहांगे ये जिहड़ी इकाई तो घट लोचदार है। ठीक है, इस तो अगे अपना पॉइंट रह गया ए एंड बी। पहला बी पता करते हैं। हुण बी दा देखो बी दे पॉइंट दे थल्ले कुछ आ रहा नहीं आ रहा, मतलब इहदा जिहड़ा लोअर पोर्शन आ वो की है 0, मतलब ये तो नीचे कुछ नहीं। ठीक है, तो ये तो उपर की है, कहते उपर सारी लाइन ही पई है ए तो बी तो लैके ए तक, सो 0 अपॉन बी ए, मतलब जे उपर 0 आ नीचे कुछ आ रहा तो वह मतलब होंदा भी वो भी 0। ठीक है, यदी इलास्टिसिटी की आ जूगी 0। इस तो अगे देखो पॉइंट ए रह गया अपने को आ वाला डिस्कस करने लई। ठीक है, हुण इहदे ते देखो जिहड़ा इहदा लोअर पोर्शन आ वो तो आपां नूं पता भी बहुत आ रहा ए तो लैके बी, अपर इहदा अपर नहीं आ रहा। ठीक है, फिर आपां देखो लोअर पोर्शन की लवांगे ए बी, अपर मतलब 0 क्योंकि उपर है नहीं सी कुछ। हाँ, जो किसी भी टर्म से तुसीं याद रखना 0 नीचे आ जू तो वह मतलब होंदा कि वो इनफिनिटी है। ठीक है, हुण इस तरह आप कह सकते हैं भी जिहड़ी इहदी इकाई लोच आ वो इनफिनिटी आ। सो देखो ये पी पॉइंट ते आपां पढ़िया इलास्टिसिटी ऑफ डिमांड 1 के बराबर आ, एस पॉइंट ते इकाई तो ज़्यादा, टी पॉइंट ते इकाई तो घट, बी पॉइंट ते 0 आ रहा सी ते ए पॉइंट ते इनफिनिटी आ रहा सी। इस तरह आप इहदी इलास्टिसिटी ऑफ डिमांड पता कर ली। ठीक है, हुण देखो जिहड़े आ पॉइंट्स आ इहदे विच पहला पी फिर एस, दैन आपां की कढ़िया सी इत्थे गलत दिता होया, ये तुसीं स्टेटमेंट सही कर लेनी आ। ठीक है, इत्थे पॉइंट आउणा टी। ठीक है, इत्थे पॉइंट किहड़ा आऊगा आपां बी। ठीक है, पी नहीं आना, इत्थे पॉइंट आऊगा ए। ठीक है, इनू करैक्ट कर लेना। इस तो अगे दी सैकेंड इंप्लीकेशन आ, कहते वैन डिमांड करव हैपन टू बी अ करव, कहते कई बार डिमांड करव आ जिहड़ी असिधी करव बन जाती है, मतलब वो इदा ना हो के आपां पढ़िया भी इस पॉइंट ते मापदी आ, डिमांड करव इदा भी हो सकती है। ठीक है, इदा हुण देखो कहते आ वाले पॉइंट्स ते आपां कढ लियां सारियां भी इहदा सैंटर पॉइंट करके इत्थे करके आपां डिमांड जिहड़ी इलास्टिसिटी ऑफ डिमांड दा पता कर सकते हैं। पर कहते जे ये मुड़ी हुई आ सीधी लाइन आ तां दैन की करांगे, दैन की करांगे आपां कहते वी ड्रॉ आ टेंजेंट ए बी टू टच पॉइंट पी। कहते हुण जिहड़ी डी डी करव आ वो सीधी आ। ठीक है, उहदे च थोड़ा विंग पै रिहा। ठीक है, फिर आपां इहदे ते एक पॉइंट लवांगे पी। ठीक है, ड्रॉ टेंजेंट,
ਟੈਂਜੈਂਟ ਮਤਲਬ ਇਹਨੂੰ ਟੱਚ ਕਰਦੀ ਹੋਈ ਆਪਾਂ ਇੱਕ ਸਿੱਧੀ ਲਾਈਨ ਬਣਾਵਾਂਗੇ, ਠੀਕ ਹੈ, ਇਹਨੂੰ ਟੈਂਜੈਂਟ ਬੋਲਦੇ ਆ। ਪੀ ਪੁਆਇੰਟ ਨੂੰ ਟੱਚ ਕਰਦੀ ਹੋਈ ਇੱਕ ਟੈਂਜੈਂਟ ਬਣਾਵਾਂਗੇ ਜਿਹਦਾ ਨਾਂ ਰੱਖਾਂਗੇ ਏ ਐਂਡ ਬੀ। ਸੋ ਇਦਾਂ ਹੀ ਆਪਣੇ ਕੋਲ ਏ ਐਂਡ ਬੀ ਬਣ ਗਈ। ਏ ਐਂਡ ਬੀ ਤੇ ਆਪਾਂ ਪੜਿਆ ਸੀ ਇਹਦਾ ਫਾਰਮੂਲਾ, ਜਦੋਂ ਇਲਾਸਟੀਸਿਟੀ ਆਫ ਡਿਮਾਂਡ ਐਟ ਪੀ ਕੀ ਨਿਕਲੂਗਾ, ਕਲੀਅਰ। ਦੇਖੋ ਉਦਾਂ ਹੀ ਲੋਅਰ ਸੈਗਮੈਂਟ ਓਵਰ ਅਪਰ ਸੈਗਮੈਂਟ, ਠੀਕ ਹੈ। ਲੋਅਰ ਕੀ ਆ, ਪੀ ਤੋਂ ਲੈ ਕੇ ਬੀ ਓਵਰ ਪੀ ਤੋਂ ਲੈ ਕੇ ਏ, ਕਲੀਅਰ। ਇਸ ਤਰ੍ਹਾਂ ਆਪਾਂ ਇਹ ਸਿੱਧੀ ਕਰਵ ਦਾ ਵੀ ਕੀ ਹੈ ਇਲਾਸਟੀਸਿਟੀ ਆਫ ਡਿਮਾਂਡ ਉਦਾਂ ਹੀ ਪਤਾ ਕਰ ਸਕਦੇ ਹਾਂ, ਪਰ ਕਿਵੇਂ, ਇੱਕ ਟੈਂਜੈਂਟ ਡਰਾ ਕਰਕੇ, ਠੀਕ ਹੈ, ਇੱਕ ਸਿੱਧੀ ਲਾਈਨ ਡਰਾ ਕਰਕੇ ਜਿਹੜੀ ਕਿ ਆ ਪੁਆਇੰਟ ਤੇ ਟੱਚ ਕਰਦੀ ਹੋਵੇ। ਸੋ ਇਸੇ ਤਰ੍ਹਾਂ ਆਪਣਾ ਇਹ ਪੁਆਇੰਟ ਜਿਹੜੇ ਇੱਥੇ ਖਤਮ ਹੋ ਜਾਂਦੇ ਆ। ਥੈਂਕ ਯੂ ਸਟੂਡੈਂਟਸ।